Good morning, ninth class. I hope you all are fine, students. As you all know that we are studying the chapter matter in our surroundings. Today we will study interconversion of states of matter, evaporation, effect of pressure, effect of temperature on the states of matter, and also we will study evaporation causes cooling. Students, okay, let us start. First of all, let us see here. Here this flow chart is given that how solid is changed into liquid and what it is called, and how liquid is changed into gas and how gas is changed into solid. Okay. Now see here. First of all, solid change into liquid by process of fusion. Fusion means melting. Melt होके solid liquid change हो जाता है. Liquid is changed into gas by vaporization. Vaporization means वेपर्स बन जाते हैं जो बॉयल करते हैं वाटर ਨੂੰ ਇੱਦਾਂ ਉਹ ਗੈਸ ਚੇਂਜ ਹੁੰਦਾ ਹੈ ਅਤੇ ਗੈਸ ਸਿੱਧਾ ਕੀ ਹੈ ਲਿਕੁਇਡ ਦੇ ਵਿੱਚ ਚੇਂਜ ਹੋਏ ਤੋਂ ਬਿਨਾਂ ਸਿੱਧਾ ਸੋਲਿਡ ਚੇਂਜ ਹੁੰਦੇ ਉਹ ਕੀ ਹੈ ਸਬਲੀਮੇਸ਼ਨ। ਇਹਦੀ ਐਗਜ਼ਾਮਪਲ ਆਪਾਂ ਅੱਗੇ ਪੜਾਂਗੇ ਡਰਾਈ ਆਈਸ ਵਾਲੀ। ਠੀਕ ਹੈ, ਇਹ ਤਾਂ ਸੀ ਸਿੱਧਾ ਪ੍ਰੋਸੈਸ ਸੋਲਿਡ ਟੂ ਲਿਕੁਇਡ, ਲਿਕੁਇਡ ਟੂ ਗੈਸ, ਗੈਸ ਟੂ ਸੋਲਿਡ। ਹੁਣ ਆਪਾਂ ਪ੍ਰੋਸੈਸ ਪੜ੍ਹਦੇ ਹਾਂ ਬੈਕ, ਮਤਲਬ ਸੋਲਿਡ ਟੂ ਗੈਸ, ਗੈਸ ਤੋਂ ਲਿਕੁਇਡ, ਲਿਕੁਇਡ ਤੋਂ ਸੋਲਿਡ। ਜਦੋਂ ਸੋਲਿਡ ਤੋਂ ਗੈਸ ਚੇਂਜ ਹੁੰਦਾ ਇਹਨੂੰ ਫਿਰ ਕੀ ਹੈ ਸਬਲੀਮੇਸ਼ਨ ਹੀ ਕਹਿੰਦੇ ਹੈ। ਠੀਕ ਹੈ, ਜਦੋਂ ਗੈਸ ਤੋਂ ਸੋਲਿਡ ਤੋਂ ਗੈਸ ਚੇਂਜ ਹੁੰਦਾ ਤਾਂ ਸਬਲੀਮੇਸ਼ਨ, ਜਦੋਂ ਗੈਸ ਤੋਂ ਲਿਕੁਇਡ ਉਹਨੂੰ ਕੀ ਕਹਿੰਦੇ ਹੈ ਕੰਡੈਂਸੇਸ਼ਨ। ਯੂ ਮਸਟ ਸੀ ਦਿਸ ਐਰੋਸ। ਠੀਕ ਹੈ, ਕੰਡੈਂਸੇਸ਼ਨ ਕਹਿੰਦੇ ਆ ਰਾਜੇ। ਠੀਕ ਹੈ, ਅਤੇ ਜਦੋਂ ਲਿਕੁਇਡ ਤੋਂ ਸੋਲਿਡ ਚੇਂਜ ਹੁੰਦਾ ਉਹਨੂੰ ਕਹਿੰਦੇ ਆ ਸੋਲੀਡੀਫਿਕੇਸ਼ਨ। ਇਹ ਸਾਰਾ ਫਲੋ ਚਾਰਟ ਤੁਹਾਨੂੰ ਲਰਨ ਹੋਣਾ ਚਾਹੀਦਾ। ਠੀਕ ਹੈ, ਹਾਂਜੀ ਹਾਂਜੀ ਕਲਾਸ ਅੱਗੇ ਦੇਖੋ ਬੱਚੇ। ਇੰਟਰਚੇਂਜ ਆਫ ਇਨ ਸਟੇਟਸ ਆਫ ਮੈਟਰ ਆਪਾਂ ਪੜ੍ਹ ਲਿਆ ਨਾ। ਵਾਟਰ ਦੀ ਐਗਜ਼ਾਮਪਲ ਲੈ ਲਈ ਇਹਨਾਂ ਨੇ। ਵਾਟਰ ਕੈਨ ਐਗਜ਼ਿਸਟ ਇਨ 3 ਸਟੇਟਸ ਆਫ ਮੈਟਰ। ਠੀਕ ਹੈ, ਸੋਲਿਡ ਦੀ ਫੋਰਮ 'ਚ ਆਈਸ ਹੁੰਦਾ ਹੈ, ਲਿਕੁਇਡ ਮਤਲਬ ਵਾਟਰ ਦੀ ਲਿਕੁਇਡ ਦੀ ਫੋਰਮ 'ਚ ਕੀ ਹੁੰਦਾ ਹੁਣ ਤਾਂ ਆਪਾਂ ਨੂੰ ਪਤਾ ਹੀ ਹੈ। ਠੀਕ ਹੈ, ਮਤਲਬ ਜਿੱਦਾਂ ਵਾਟਰ ਹੁੰਦਾ ਐਕਚੁਅਲੀ ਉੱਦਾਂ ਦੀ ਫੋਰਮ 'ਚ, ਅਤੇ ਗੈਸ 'ਚ ਕੀ ਹੁੰਦਾ ਉਹ ਵੇਪਰ ਦੀ ਫੋਰਮ 'ਚ ਹੁੰਦਾ। ਠੀਕ ਹੈ, ਹਾਂਜੀ, ਅਤੇ ਆਪਾਂ ਪਹਿਲੀ ਟਰਮ ਪੜ੍ਹਦੇ ਹਾਂ ਸਬਲੀਮੇਸ਼ਨ। ਸਬਲੀਮੇਸ਼ਨ ਮਤਲਬ ਦੀ ਚੇਂਜਿੰਗ ਆਫ ਸੋਲਿਡ ਡਾਇਰੈਕਟਲੀ ਇਨਟੂ ਵੇਪਰਸ ਔਨ ਹੀਟਿੰਗ ਐਂਡ ਵੇਪਰਸ ਇਨਟੂ ਸੋਲਿਡ ਔਨ ਕੂਲਿੰਗ। ਦੇਖੋ ਆਪਾਂ ਪੜ੍ਹਿਆ ਸੀ ਨਾ ਵੀ ਜਦੋਂ ਸੋਲਿਡ ਨੂੰ ਗੈਸ 'ਚ ਚੇਂਜ ਕਰਦੇ ਹਾਂ ਤਾਂ ਵੀ ਸਬਲੀਮੇਸ਼ਨ ਹੁੰਦੀ ਹੈ, ਜਦੋਂ ਗੈਸ ਨੂੰ ਸੋਲਿਡ 'ਚ ਚੇਂਜ ਕਰਦੇ ਹਾਂ ਤਾਂ ਉਹਨੂੰ ਵੀ ਸਬਲੀਮੇਸ਼ਨ ਹੀ ਕਹਿੰਦੇ ਹੈ। ਠੀਕ ਹੈ, ਕਿੱਦਾਂ ਹੁੰਦੀ ਹੈ ਇਹ ਔਨ ਹੀਟਿੰਗ, ਹੀਟਿੰਗ ਕਰਕੇ ਹੁੰਦੀ ਹੈ। ਠੀਕ ਹੈ, ਐਗਜ਼ਾਮਪਲ ਦਿੱਤੀ ਹੋਈ ਹੈ ਰਾਜੇ ਇਹਨਾਂ ਨੇ ਅਮੋਨੀਅਮ ਕਲੋਰਾਈਡ, ਕੈਂਫਰ ਐਂਡ ਆਇਓਡੀਨ। ਕੈਂਫਰ ਮਤਲਬ ਇਹ ਸਮੈਲ ਵਾਲਾ ਹੁੰਦਾ, ਇੱਕ ਵਾਈਟ ਜੀ ਟਿੱਕੀ ਹੁੰਦੀ ਹੈ। ਠੀਕ ਹੈ, ਇਟ ਇਜ਼ ਕਾਲਡ ਮੁਸ਼ਕ ਕਪੂਰ ਇਨ ਦੀ ਪੰਜਾਬੀ। ਠੀਕ ਹੈ, ਇਹ ਵਾਈਟ ਜੀ ਟਿੱਕੀ ਹੁੰਦੀ ਹੈ। ਅਤੇ ਇੱਕ ਇਹਦੀ ਹੋਰ ਐਗਜ਼ਾਮਪਲ ਹੁੰਦੀ ਹੈ ਨੈਪਥਲੀਨ ਬੋਲਸ ਦੈਟ ਵੀ ਕੀਪ ਇਨ ਕਲੋਥਸ ਨਾ, ਵਾਈਟ ਬੋਲਸ। ਠੀਕ ਹੈ, ਉਹ ਕਿੱਦਾਂ ਡਿਸਅਪੀਅਰ ਹੋ ਜਾਂਦੀਆਂ ਨੇ ਆਪਾਂ ਨੂੰ ਪਤਾ ਨਹੀਂ ਚੱਲਦਾ, ਉਹ ਸਿੱਧੀਆਂ ਮਤਲਬ ਗੈਸਿਸ ਤੋਂ ਸੋਲਿਡ ਤੋਂ ਗੈਸ 'ਚ ਕਨਵਰਟ ਹੋ ਜਾਂਦੀਆਂ ਨੇ। ਠੀਕ ਹੈ, ਹਾਂਜੀ ਨੈਕਸਟ ਆਪਾਂ ਪੜ੍ਹਦੇ ਹਾਂ ਰਾਜੇ ਇਫੈਕਟ ਆਫ ਚੇਂਜ ਇਨ ਟੈਂਪਰੇਚਰ। ਟੈਂਪਰੇਚਰ ਦਾ ਸਟੇਟਸ ਆਫ ਮੈਟਰ ਦੇ ਕੀ ਇਫੈਕਟ ਪੈਂਦਾ। ਠੀਕ ਹੈ, ਦੀ ਟੈਂਪਰੇਚਰ ਇਫੈਕਟ ਔਨ ਹੀਟਿੰਗ ਆ ਸੋਲਿਡ ਵੇਰੀਜ਼ ਡਿਪੈਂਡਿੰਗ ਔਨ ਦੀ ਨੇਚਰ ਆਫ ਸੋਲਿਡ, ਦੀ ਕੰਡੀਸ਼ਨਸ ਰਿਕੁਆਇਰਡ ਇਨ ਬ੍ਰਿੰਗਿੰਗ ਦੀ ਚੇਂਜ। ਇਹ ਅਲੱਗ-ਅਲੱਗ ਕੰਡੀਸ਼ਨਸ 'ਤੇ ਡਿਪੈਂਡ ਕਰਦਾ ਵੀ ਜਦੋਂ ਇਨਕਰੀਜ਼ ਕਰਾਂਗੇ ਤਾਂ ਇੱਦਾਂ ਹੋਏਗਾ, ਜਦੋਂ ਡਿਕਰੀਜ਼ ਕਰਾਂਗੇ ਤਾਂ ਐਵੇਂ ਹੋਏਗਾ। ਠੀਕ ਹੈ, ਮਤਲਬ ਇਹ ਚੇਂਜ ਆਊਗੀ ਸਟੇਟ ਦੇ ਵਿੱਚ। ਆਪਾਂ ਨੈਕਸਟ ਰੀਡ ਕਰਦੇ ਹਾਂ ਇਹਦੇ ਪੁਆਇੰਟਸ। ਠੀਕ ਹੈ ਰਾਜੇ, ਹਾਂਜੀ ਫਸਟ ਪੁਆਇੰਟ ਹੈਗਾ ਔਨ ਇਨਕਰੀਜ਼ਿੰਗ ਦੀ ਟੈਂਪਰੇਚਰ ਆਫ ਸੋਲਿਡ। ਜਦੋਂ ਸੋਲਿਡ ਦਾ ਆਪਾਂ ਠੀਕ ਹੈ ਟੈਂਪਰੇਚਰ ਇਨਕਰੀਜ਼ ਕਰ ਦਿੰਦੇ ਹਾਂ ਤਾਂ ਕੀ ਹੋਊਗਾ ਕਿਨੈਟਿਕ ਐਨਰਜੀ ਆਫ ਪਾਰਟੀਕਲਸ ਆਲਸੋ ਇਨਕਰੀਜ਼। ਕਿਨੈਟਿਕ ਐਨਰਜੀ ਨੂੰ ਆਪਾਂ ਕੇ ਹੀ ਲਿਖ ਲਿਆ ਤਾਂ ਉਹ ਵੀ ਇਨਕਰੀਜ਼ ਹੋ ਜਾਏਗੀ। ਓਵਰਕਮਸ ਦੀ ਫੋਰਸ ਆਫ ਅਟਰੈਕਸ਼ਨ, ਉਹ ਕੀ ਕਰੇਗੀ ਫੋਰਸ ਆਫ ਅਟਰੈਕਸ਼ਨ ਓਵਰਕਮ ਕਰ ਦੇਗੀ ਜਿਹੜੀ ਪਾਰਟੀਕਲਸ ਦੇ ਵਿੱਚ ਹੋਣਗੇ। ਜਦੋਂ ਦੇਖੋ ਸੋਲਿਡ ਦੇ ਵਿੱਚ ਬਹੁਤ ਜ਼ਿਆਦਾ ਫੋਰਸ ਆਫ ਅਟਰੈਕਸ਼ਨ ਹੁੰਦੀ ਹੈ ਨਾ, ਆਪਾਂ ਲਾਸਟ ਵੀਡੀਓ 'ਚ ਦੇਖਿਆ ਸੀ। ਠੀਕ ਹੈ, ਉਹ ਉਹਨਾਂ ਨੂੰ ਓਵਰਕਮ ਕਰ ਦੇਗੀ। ਜਦੋਂ ਕਿਨੈਟਿਕ ਐਨਰਜੀ ਵੱਧ ਗਈ, ਐਨਰਜੀ ਨਾ ਉਹਨਾਂ ਨੂੰ ਫੋਰਸਿਸ ਨੂੰ ਤੋੜ ਦੇਗੀ ਅਤੇ ਸੋਲਿਡ ਨੂੰ ਕੀ ਚੇਂਜ ਕਰ ਦੇਗੀ ਲਿਕੁਇਡ 'ਚ। ਕਾਹਦੇ ਪ੍ਰੋਸੈਸ ਦੇ ਥਰੂ ਮੈਲਟ ਕਰ ਦੇਗੀ। ਠੀਕ ਹੈ, ਮੈਲਟਿੰਗ ਦੇ ਥਰੂ ਕੀ ਹੋਇਆ ਸੋਲਿਡ ਦੇ ਵਿੱਚ ਟੈਂਪਰੇਚਰ ਇਨਕਰੀਜ਼ ਕਰਤਾ, ਕਿਨੈਟਿਕ ਐਨਰਜੀ ਵੱਧ ਗਈ। ਕਿਨੈਟਿਕ ਐਨਰਜੀ ਵਧਣ ਨਾਲ ਕੀ ਹੈ ਫੋਰਸ ਆਫ ਅਟਰੈਕਸ਼ਨ ਕੀ ਹੋ ਗਈਆਂ, ਫੋਰਸ ਆਫ ਅਟਰੈਕਸ਼ਨ ਘੱਟ ਗਈਆਂ। ਠੀਕ ਹੈ,
फोर्स ऑफ अट्रैक्शन घट गई तो की हो गया अगे सॉलिड लिक्विड च चेंज हो गया। ठीक है राजी। नैक्सट की है टैंपरेचर एट विच सॉलिड मेल्ट टू बिकम अ लिक्विड। ਜਿਹੜੇ ਟੈਂਪਰੇਚਰ 'ਤੇ ਸੋਲਿਡ ਲਿਕੁਇਡ 'ਚ ਚੇਂਜ ਹੁੰਦਾ ਹੈ ਐਟ ਐਟਮੋਸਫੇਰਿਕ ਪ੍ਰੈਸ਼ਰ ਇਜ਼ ਕਾਲਡ ਇਟਸ ਮੈਲਟਿੰਗ ਪੁਆਇੰਟ। ਇਹ ਡੈਫੀਨੇਸ਼ਨ ਹੈ ਰਾਜੇ ਮੈਲਟਿੰਗ ਪੁਆਇੰਟ ਦੀ। ਐਟਮੋਸਫੇਰਿਕ ਪ੍ਰੈਸ਼ਰ ਕਿਉਂ ਲਿਖਿਆ ਕਿਉਂਕਿ ਵੀ ਆਪਾਂ ਨੇ ਪ੍ਰੈਸ਼ਰ ਨਹੀਂ ਚੇਂਜ ਕੀਤਾ, ਸਿਰਫ ਟੈਂਪਰੇਚਰ ਚੇਂਜ ਕੀਤਾ ਅਤੇ ਜਿਹੜੇ ਟੈਂਪਰੇਚਰ 'ਤੇ ਸੋਲਿਡ ਲਿਕੁਇਡ 'ਚ ਚੇਂਜ ਹੋ ਗਿਆ ਮੈਲਟ ਹੋ ਕੇ ਉਹ ਪੁਆਇੰਟ ਨੂੰ ਕੀ ਕਹਿੰਦੇ ਆ ਮੈਲਟਿੰਗ ਪੁਆਇੰਟ। ਠੀਕ ਹੈ। ਇੱਥੇ ਅੱਗੇ ਇਹਨਾਂ ਨੇ ਦਿੱਤਾ ਹੋਇਆ ਰਾਜੇ ਮੈਲਟਿੰਗ ਪੁਆਇੰਟ ਆਫ ਆਈਸ ਵੀ ਆਈਸ ਦਾ ਮੈਲਟਿੰਗ ਪੁਆਇੰਟ ਕਿੰਨਾ ਹੁੰਦਾ ਵੀ ਆਈਸ ਕਿੰਨੇ ਟੈਂਪਰੇਚਰ 'ਤੇ ਵਾਟਰ ਦੇ ਵਿੱਚ ਚੇਂਜ ਕਰਦੀ ਹੈ। ਟੈਂਪਰੇਚਰ ਦਿੱਤਾ ਹੋਇਆ 273.16 ਕੇ ਮਤਲਬ ਕੈਲਵਿਨ। ਅੱਗੇ ਆਪਾਂ ਪੜ੍ਹਾਂਗੇ ਇਹ ਯੂਨਿਟ ਹੁੰਦੀ ਹੈ ਟੈਂਪਰੇਚਰ ਦੀ। ਯੂਨਿਟ ਮਤਲਬ ਵੀ ਇਹ ਪਿੱਛੇ ਲੱਗੀ ਹੁੰਦੀ ਹੈ ਨਿਊਮੈਰਿਕ ਨੰਬਰਸ ਦੇ ਪਿੱਛੇ ਲੱਗੀ ਹੁੰਦੀ ਹੈ, ਡਿਫਾਈਨ ਕਰਦੀ ਹੈ ਵੀ ਹਾਂ ਇਹ ਟੈਂਪਰੇਚਰ ਹੈ ਇੰਨਾ। ਠੀਕ ਹੈ। ਨੈਕਸਟ ਦੇਖਦੇ ਹਾਂ ਰਾਜੇ ਦੀ ਪ੍ਰੋਸੈਸ ਆਫ ਮੈਲਟਿੰਗ ਦੈਟ ਇਜ਼ ਚੇਂਜ ਆਫ ਸੋਲਿਡ ਇਨਟੂ ਲਿਕੁਇਡ ਇਜ਼ ਆਲਸੋ ਨੋਨ ਐਜ਼ ਫਿਊਜ਼ਨ। ਆਪਾਂ ਪਿੱਛੇ ਪੜ੍ਹਿਆ ਸੀ ਨਾ ਫਲੋ ਚਾਰਟ ਦੇ ਵਿੱਚ, ਉੱਥੇ ਫਿਊਜ਼ਨ ਲਿਖਿਆ ਹੋਇਆ ਸੀ, ਇਹਨੂੰ ਫਿਊਜ਼ਨ ਵੀ ਕਿਹਾ ਜਾਂਦਾ ਹੈ। ਠੀਕ ਹੈ। ਇਹ ਸੀ ਜੀ ਇਫੈਕਟ ਆਫ ਚੇਂਜ ਇਨ ਟੈਂਪਰੇਚਰ ਵੀ ਟੈਂਪਰੇਚਰ ਦੇ ਚੇਂਜ ਨਾਲ ਕੀ ਇਫੈਕਟ ਪੈਂਦਾ ਹੈ। ਹੁਣ ਆਪਾਂ ਪੜ੍ਹਦੇ ਹਾਂ ਇਫੈਕਟ ਆਫ ਚੇਂਜ ਇਨ ਪ੍ਰੈਸ਼ਰ। ਪ੍ਰੈਸ਼ਰ ਦਾ ਕੀ ਇਫੈਕਟ ਪੈਂਦਾ ਹੈ। ਇਨਕਰੀਜ਼ਿੰਗ ਔਰ ਡਿਕਰੀਜ਼ਿੰਗ ਦੀ ਪ੍ਰੈਸ਼ਰ ਕੈਨ ਚੇਂਜ ਦੀ ਸਟੇਟ ਆਫ ਮੈਟਰ। ਅਪਲਾਈਂਗ ਪ੍ਰੈਸ਼ਰ ਐਂਡ ਰਿਡਿਊਸਿੰਗ ਟੈਂਪਰੇਚਰ ਕੈਨ ਲਿਕੁਇਫਾਈ ਗੈਸਿਸ। ਠੀਕ ਹੈ। ਟੈਂਪਰੇਚਰ ਦੇ ਇਨਕਰੀਜ਼ ਕਰ ਲਈਏ ਭਾਵੇਂ ਡਿਕਰੀਜ਼ ਕਰ ਦਈਏ ਇਹਦਾ ਅਸਰ ਪੈਂਦਾ ਹੈ ਸਟੇਟਸ ਆਫ ਮੈਟਰ ਦੇ ਵੀ ਉਹ ਆਪਦੀ ਸਟੇਟ ਇੱਕ ਸਟੇਟ ਤੋਂ ਦੂਜੀ ਸਟੇਟ 'ਚ ਚਲੇ ਜਾਂਦੇ ਆ। ਜਿਵੇਂ ਇਹਨਾਂ ਨੇ ਲਿਖਿਆ ਅੱਗੇ ਕਿ ਆਪਾਂ ਜੇ ਪ੍ਰੈਸ਼ਰ ਵਧਾ ਦਈਏ ਟੈਂਪਰੇਚਰ ਰਿਡਿਊਸ ਕਰ ਦਈਏ। ਠੀਕ ਹੈ। ਪ੍ਰੈਸ਼ਰ ਨੂੰ ਇਨਕਰੀਜ਼ ਕਰ ਦਈਏ ਟੈਂਪਰੇਚਰ ਨੂੰ ਰਿਡਿਊਸ ਕਰ ਦਈਏ। ਠੀਕ ਹੈ। ਤਾਂ ਕੀ ਹੋਏਗਾ ਕਹਿੰਦੇ ਗੈਸਿਸ ਲਿਕੁਇਫਾਈ ਹੋ ਜਾਣਗੇ। ਲਿਕੁਇਫਾਈ ਮਤਲਬ ਜਿਹੜੇ ਗੈਸ ਨੇ ਉਹ ਲਿਕੁਇਡ 'ਚ ਚੇਂਜ ਹੋ ਜਾਣਗੇ। ਠੀਕ ਹੈ। ਕਿੱਦਾਂ ਹੋਣਗੇ ਪ੍ਰੈਸ਼ਰ ਵਧਾ ਕੇ ਟੈਂਪਰੇਚਰ ਘਟਾ ਕੇ। ਸਿੰਪਲ ਇਗਜ਼ਾਮਪਲ ਹੈ ਫਰਿੱਜ ਦੇ ਵਿੱਚ ਆਈਸ ਪਈ ਹੈ। ਠੀਕ ਹੈ। ਆਪਾਂ ਨੇ ਫਰਿੱਜ ਬੰਦ ਕਰਤਾ ਕੀ ਹੋ ਗਿਆ। ਠੀਕ ਹੈ। ਉਹਦੇ ਵਿੱਚ ਕੀ ਹੋਇਆ ਲਿਕੁਇਫਾਈ ਹੋ ਜੂਗੀ ਗੈਸ, ਮੈਲਟ ਹੋਣੀ ਸ਼ੁਰੂ ਹੋ ਜੂਗੀ। ਠੀਕ ਹੈ। ਅੱਗੇ ਦੇਖੋ ਸੋਲਿਡ CO2 is stored under high pressure. Solid CO2 get converted directly into gaseous state on decrease of pressure to 1 degree atmosphere। ਮਤਲਬ ਜਿਹੜਾ CO2 ਸੋਲਿਡ ਹੁੰਦੀ ਉਹਨੂੰ ਬਹੁਤ ਜ਼ਿਆਦਾ ਹਾਈ ਪ੍ਰੈਸ਼ਰ 'ਤੇ ਰੱਖਿਆ ਜਾਂਦਾ। ਕਿਉਂ ਜੇ ਕਹਿੰਦੇ ਵੀ ਪ੍ਰੈਸ਼ਰ ਘਟਾ ਦਈਏ 1 ਐਟਮੋਸਫੇਅਰ ਤੱਕ ਵੀ ਘਟ ਕੇ ਤਾਂ ਲਿਕੁਇਡ ਸਟੇਟ 'ਚ ਚੇਂਜ ਹੋ ਜਾਏਗੀ। ਇੱਥੇ ਇੱਕ ਇੰਪੋਰਟੈਂਟ ਪੁਆਇੰਟ ਹੈ ਵੀ ਇਹਨੂੰ ਡਰਾਈ ਆਈਸ ਵੀ ਕਿਹਾ ਜਾਂਦਾ ਹੈ। ਰੀਜ਼ਨ ਜੇ ਪੁੱਛ ਲੈਣਗੇ ਤੁਹਾਨੂੰ ਵੀ ਰੀਜ਼ਨ ਕੀ ਹੈ ਵੀ CO2 ਨੂੰ ਡਰਾਈ ਆਈਸ ਕਿਉਂ ਕਿਹਾ ਜਾਂਦਾ ਹੈ, ਕੀ ਹੈ ਕਿਉਂਕਿ ਉਹਨੂੰ ਹਾਈ ਪ੍ਰੈਸ਼ਰ 'ਤੇ ਰੱਖਿਆ ਜਾਂਦਾ। ਜੇ ਥੋੜ੍ਹਾ ਜਿਹਾ ਵੀ ਪ੍ਰੈਸ਼ਰ ਘਟਾ ਤਾ ਤਾਂ ਉਹ ਕੀ ਹੈ ਡਾਇਰੈਕਟਲੀ ਲਿਕੁਇਡ ਸਟੇਟ ਦੇ ਵਿੱਚ ਚੇਂਜ ਹੋ ਜਾਏਗੀ। ਠੀਕ ਹੈ। ਹਾਂਜੀ ਅੱਗੇ ਦੇਖੋ ਲੇਟੈਂਟ ਹੀਟ। ਲੇਟੈਂਟ ਹੀਟ ਕੀ ਹੁੰਦੀ ਹੈ ਰਾਜੇ ਦੀ ਹਿਡਨ ਹੀਟ ਵਿੱਚ ਬ੍ਰੇਕ ਦੀ ਫੋਰਸ ਆਫ ਅਟਰੈਕਸ਼ਨ ਬਿਟਵੀਨ ਮੋਲੀਕਿਊਲਸ ਡਿਊਰਿੰਗ ਦੀ ਚੇਂਜ ਆਫ ਸਟੇਟ। ਜੇ ਮਤਲਬ ਹੀਟ ਆਪਾਂ ਨੂੰ ਬਾਹਰ ਸ਼ੋ ਨਹੀਂ ਹੁੰਦੀ ਹੈ, ਕੀ ਕਰਦੀ ਹੈ ਫੋਰਸ ਆਫ ਅਟਰੈਕਸ਼ਨ ਨੂੰ ਬ੍ਰੇਕ ਕਰ ਦਿੰਦੀ ਹੈ ਜਿਹੜੇ ਵਿੱਚ ਫੋਰਸਿਸ ਹੁੰਦੇ ਨੇ ਮੈਟਰ ਦੇ। ਠੀਕ ਹੈ। ਮੋਲੀਕਿਊਲਸ ਦੇ ਵਿੱਚ ਜਦੋਂ ਵੀ ਕੋਈ ਚੇਂਜ ਹੁੰਦਾ ਸੋਲਿਡ ਤੋਂ ਲਿਕੁਇਡ ਹੋ ਗਿਆ, ਲਿਕੁਇਡ ਤੋਂ ਗੈਸ ਹੋ ਗਿਆ, ਇਹਨੂੰ ਕੀ ਹੋਈ ਆਪਾਂ ਹੀਟ ਕਹਿ ਸਕਦੇ ਹਾਂ ਕਿ ਉਹਨਾਂ ਦੇ ਫੋਰਸ ਤੋੜ ਦਿੰਦੀ ਹੈ ਅਤੇ ਚੇਂਜ ਹੋ ਜਾਂਦੀ ਹੈ ਸਟੇਟ। ਠੀਕ ਹੈ। ਫਿਊਜ਼ਨ ਲਿਖਿਆ ਅੱਗੇ ਫਿਊਜ਼ਨ ਮੀਨਸ ਕਿ ਹੀਟ ਐਨਰਜੀ ਰਿਕੁਆਇਰਡ ਟੂ ਚੇਂਜ 1 kg ਆਫ ਸੋਲਿਡ ਇਨਟੂ ਲਿਕੁਇਡ। ਇਹ ਮਤਲਬ ਡੈਫੀਨੇਸ਼ਨ ਹੈ ਇਹਦੀ ਵੀ ਇੰਨੀ ਐਨਰਜੀ ਜਿਹੜੀ 1 kg ਸੋਲਿਡ ਨੂੰ ਲਿਕੁਇਡ ਦੇ ਵਿੱਚ ਕਨਵਰਟ ਕਰਨ ਲਈ ਲੱਗਦੀ ਉਹਨੂੰ ਫਿਊਜ਼ਨ ਕਿਹਾ ਜਾਂਦਾ ਹੈ। ਠੀਕ ਹੈ। ਵੇਪਰਾਈਜੇਸ਼ਨ ਹੈ ਅੱਗੇ ਰਾਜੇ। ਵੇਪਰਾਈਜੇਸ਼ਨ ਕੀ ਹੈ ਇਹ ਵੀ ਹੀਟ ਐਨਰਜੀ ਹੈ। ਇਹ ਕਿਹਨੂੰ ਕਨਵਰਟ ਕਰ ਤੁਹਾਨੂੰ ਉਹ ਯਾਦ ਹੋਣਾ ਚਾਹੀਦਾ ਫਲੋ ਚਾਰਟ ਵੀ ਵੇਪਰਾਈਜੇਸ਼ਨ ਕਦੋਂ ਹੁੰਦੀ ਹੈ ਫਿਊਜ਼ਨ ਕਦੋਂ ਹੁੰਦੀ ਹੈ। ਉਹਦੇ ਬੇਸਿਸ ਤੁਸੀਂ ਡੈਫੀਨੇਸ਼ਨ ਬਹੁਤ ਈਜ਼ੀਲੀ ਲਿਖ ਸਕਦੇ ਹੋ। ਅੱਗੇ ਤਾਂ ਉਹੀ ਲਿਖਣਾ ਨਾ ਹੀਟ ਐਨਰਜੀ ਰਿਕੁਆਇਰਡ ਟੂ ਚੇਂਜ। ਠੀਕ ਹੈ। वेपराइजेशन देखो हीट एनर्जी रिक्वायर्ड टू चेंज 1 kg ऑफ लिक्विड टू गैस एट एटमोस्फेरिक प्रेशर इज इट्स बॉइलिंग पॉइंट। ठीक है। मतलब जिन्नी हीट एनर्जी 1 किलो लिक्विड नूं गैस च कन्वर्ट करन ते लगदी है। ठीक है। एट एटमोस्फेरिक प्रेशर एट इट्स बॉइलिंग पॉइंट। ठीक है। हीट एनर्जी रिक्वायर्ड टू चेंज 1 kg ऑफ लिक्विड टू गैस एट एटमोस्फेरिक प्रैशर एट इट्स बॉइलिंग पॉइंट। क्योंकि जो लिक्विड बॉयल होना शुरू हो जाता तो ही वेपर्स बनते हैं ना। ठीक है।
ਤਾਂ ਹੀ ਵੇਪਰਸ ਨਿਕਲਣੇ ਸ਼ੁਰੂ ਹੁੰਦੇ ਆ। ਇਹਦੀ ਤੁਹਾਡੀ ਆ ਗਈ ਵੈਪੋਰੇਸ਼ਨ ਦੀ ਡੈਫੀਨੇਸ਼ਨ, ਠੀਕ ਹੈ, ਵੈਪੋਰਾਈਜੇਸ਼ਨ ਦੀ। ਅੱਗੇ ਕੀ ਲਿਖਿਆ ਦੇਖੋ, ਥਰਸ ਵੀ ਕੈਨ ਸੇ ਦੈਟ ਪ੍ਰੈਸ਼ਰ ਐਂਡ ਟੈਂਪਰੇਚਰ ਡਿਟਰਮਾਈਨ ਦੀ ਸਟੇਟ ਆਫ ਸਬਸਟੈਂਸ ਵੈਦਰ ਇਟ ਇਜ਼ ਸੋਲਿਡ, ਲਿਕੁਇਡ ਔਰ ਗੈਸ। ਇਹਦਾ ਮਤਲਬ ਕੀ ਹੈ ਕਿ ਇਫੈਕਟ ਹੈਗਾ ਪ੍ਰੈਸ਼ਰ ਅਤੇ ਟੈਂਪਰੇਚਰ ਦਾ, ਠੀਕ ਹੈ। ਪ੍ਰੈਸ਼ਰ ਅਤੇ ਟੈਂਪਰੇਚਰ ਦਾ ਇਫੈਕਟ ਹੈਗਾ ਵੀ ਉਹ ਇਫੈਕਟ ਕਰਦੇ ਹੈ ਕਿ ਸਟੇਟ ਨੂੰ ਡਿਟਰਮਾਈਨ ਕਰਨ ਦੇ ਵਿੱਚ ਕਿ ਉਹ ਸੋਲਿਡ ਹੈ, ਲਿਕੁਇਡ ਹੈ ਜਾਂ ਗੈਸ ਹੈ, ਠੀਕ ਹੈ। ਹਾਂਜੀ ਅੱਗੇ ਦੇਖੋ, ਇਵੈਪੋਰੇਸ਼ਨ ਐਂਡ ਬੋਇਲਿੰਗ। ਇਵੈਪੋਰੇਸ਼ਨ ਕੀ ਹੁੰਦਾ ਅਤੇ ਬੋਇਲਿੰਗ ਕੀ ਹੁੰਦਾ। ਪਾਰਟੀਕਲਸ ਆਫ ਮੈਟਰ ਆਰ ਆਲਵੇਜ਼ ਮੂਵਿੰਗ ਐਂਡ ਨੈਵਰ ਐਟ ਰੈਸਟ। ਮੈਟਰ ਦੇ ਪਾਰਟੀਕਲਸ ਆਪਾਂ ਨੇ ਪੜ੍ਹਿਆ ਸੀ ਕਰੈਕਟਰਿਸਟਿਕਸ ਦੇ ਵਿੱਚ ਕਿ ਪਾਰਟੀਕਲਸ ਹਮੇਸ਼ਾ ਮੂਵ ਕਰਦੇ ਰਹਿੰਦੇ, ਕਦੇ ਵੀ ਰੈਸਟ 'ਤੇ ਨਹੀਂ ਰਹਿੰਦੇ, ਠੀਕ ਹੈ। ਐਟ ਅ ਗਿਵਨ ਟੈਂਪਰੇਚਰ ਇਨ ਗੈਸ, ਲਿਕੁਇਡ ਐਂਡ ਸੋਲਿਡ ਦੇयर ਆਰ ਪਾਰਟੀਕਲਸ ਵਿਦ ਡਿਫਰੈਂਟ ਅਮਾਊਂਟ ਆਫ ਕਿਨੈਟਿਕ ਐਨਰਜੀ। ਹਰ ਇੱਕ ਪਾਰਟੀਕਲ ਦੀ ਕੀ ਹੁੰਦੀ ਹੈ, ਡਿਫਰੈਂਟ ਕਿਨੈਟਿਕ ਐਨਰਜੀ ਹੁੰਦੀ ਹੈ, ਠੀਕ ਹੈ। In case of liquid, small fraction of particles at surface have higher kinetic energy is able to break away the forces of attraction of other particles and get converted into vapor। ਕਹਿੰਦੇ ਲਿਕੁਇਡ ਦੇ ਵਿੱਚ ਕੀ ਹੁੰਦਾ ਹੈ, ਉੱਪਰ ਜਮਾ ਸਰਫੇਸ 'ਤੇ ਲਿਕੁਇਡ ਦੇ, ਇਹਦੇ ਵਿੱਚ ਲਿਕੁਇਡ ਪਿਆ, ਠੀਕ ਹੈ। ਇਹਦੇ ਉੱਪਰ ਸਰਫੇਸ 'ਤੇ ਕੀ ਹੁੰਦਾ ਹੈਗਾ, ਜਿਹੜੇ ਪਾਰਟੀਕਲਸ ਨੇ ਉਹਨਾਂ ਦੀ ਕੀ ਹੁੰਦੀ ਹੈ, ਹਾਈ ਕਿਨੈਟਿਕ ਐਨਰਜੀ ਹੁੰਦੀ ਹੈ। ਹਾਈ ਕਿਨੈਟਿਕ ਐਨਰਜੀ ਹੁੰਦੀ ਹੈ ਉੱਪਰ ਵਾਲੇ ਪਾਰਟੀਕਲਸ ਦੀ। ਜੇ ਕਿਨੈਟਿਕ ਐਨਰਜੀ ਹਾਈ ਹੋਊਗੀ ਤਾਂ ਉਹ ਦੂਜੇ ਪਾਰਟੀਕਲਸ ਨਾਲੋਂ ਆਪਦੇ ਅਟਰੈਕਸ਼ਨ ਘਟਾ ਲੈਣਗੇ ਅਤੇ ਕੀ ਹੈ, ਵੇਪਰਾਈਜ਼ ਹੋ ਜਾਣਗੇ, ਮਤਲਬ ਭਾਫ ਦੇ ਰੂਪ ਵਿੱਚ ਬਾਹਰ ਚਲੇ ਜਾਣਗੇ, ਠੀਕ ਹੈ। ਮਤਲਬ ਕੀ ਹੈ, ਲਿਕੁਇਡ ਦੇ ਵਿੱਚ ਕੀ ਹੁੰਦਾ ਹੈ, ਵੈਪੋਰੇਸ਼ਨ ਦੇ ਵਿੱਚ ਕੀ ਹੁੰਦਾ ਹੈ, ਉੱਪਰ ਵਾਲੇ ਪਾਰਟੀਕਲਸ ਹੁੰਦੇ ਨੇ ਜਿਹੜੇ ਉੱਪਰਲੀ ਲੇਅਰ ਦੇ ਵਿੱਚ ਹੁੰਦੇ ਨੇ, ਉਹ ਕੀ ਹੈ, ਉਹਨਾਂ ਦੀ ਕਿਨੈਟਿਕ ਐਨਰਜੀ ਜ਼ਿਆਦਾ ਹੁੰਦੀ ਹੈ ਅਤੇ ਫੋਰਸ ਆਫ ਅਟਰੈਕਸ਼ਨ ਦੂਜੇ ਪਾਰਟੀਕਲਸ ਤੋਂ ਬ੍ਰੇਕ ਕਰਕੇ ਉਹ ਵੇਪਰ 'ਚ ਕਨਵਰਟ ਹੋ ਜਾਣਗੇ, ਠੀਕ ਹੈ। ਅੱਗੇ ਕੀ ਲਿਖਿਆ, ਫਿਨੋਮੀਨਾ ਆਫ ਚੇਂਜ ਆਫ ਲਿਕੁਇਡ ਇਨਟੂ ਵੇਪਰ ਐਟ ਐਨੀ ਟੈਂਪਰੇਚਰ ਬਿਲੋ ਇਟਸ ਬੋਇਲਿੰਗ ਪੁਆਇੰਟ ਇਜ਼ ਕਾਲਡ ਇਵੈਪੋਰੇਸ਼ਨ। ਮਤਲਬ ਜਦੋਂ ਬੋਇਲਿੰਗ ਪੁਆਇੰਟ ਉਹਦਾ ਨਹੀਂ ਆਇਆ, ਮਤਲਬ ਪੂਰੀ ਤਰ੍ਹਾਂ ਬੋਇਲ ਨਹੀਂ ਹੋਇਆ ਹੁੰਦਾ, ਇਦੋਂ ਪਹਿਲਾਂ ਭਾਫ ਨਿਕਲਦੀ ਹੁੰਦੀ ਹੈ ਨਾ, ਜਦੋਂ ਬੋਇਲ ਹੋ ਰਿਹਾ ਹੁੰਦਾ, ਬਬਲਸ ਬਣ ਰਹੇ ਹੁੰਦੇ, ਇਹ ਚੀਜ਼ ਜ਼ਰੂਰ ਲਿਖਣੀ ਹੈ, ਬਿਲੋ ਇਟਸ ਬੋਇਲਿੰਗ ਪੁਆਇੰਟਸ, ਠੀਕ ਹੈ। ਉਹਦੇ ਬੋਇਲਿੰਗ ਪੁਆਇੰਟ ਤੋਂ ਨੀਚੇ ਮਤਲਬ ਬੋਇਲ ਨਹੀਂ ਹੋਇਆ ਹਾਲੇ, ਉਹ ਤੋਂ ਪਹਿਲਾਂ ਜਿਹੜਾ ਲਿਕੁਇਡ ਵੇਪਰ ਦੇ ਵਿੱਚ ਚੇਂਜ ਹੋ ਗਿਆ ਉਹਨੂੰ ਕੀ ਕਿਹਾ ਜਾਂਦਾ ਹੈ, ਇਵੈਪੋਰੇਸ਼ਨ। ਇਹ ਪ੍ਰੋਸੈਸ ਨੂੰ ਕੀ ਕਿਹਾ ਜਾਂਦਾ ਹੈ, ਇਵੈਪੋਰੇਸ਼ਨ, ਓਕੇ। ਹਾਂਜੀ ਨੈਕਸਟ, ਫੈਕਟਰਸ ਅਫੈਕਟਿੰਗ ਇਵੈਪੋਰੇਸ਼ਨ। ਕਿਹੜੇ ਫੈਕਟਰ ਇਵੈਪੋਰੇਸ਼ਨ ਨੂੰ ਅਫੈਕਟ ਕਰਦੇ ਨੇਗੇ, ਠੀਕ ਹੈ। ਰੇਟ ਆਫ ਇਵੈਪੋਰੇਸ਼ਨ ਇਨਕਰੀਜ਼ਿਜ਼ ਵਿਦ ਇਨਕਰੀਜ਼ ਆਫ ਸਰਫੇਸ ਏਰੀਆ। ਜੇ ਸਰਫੇਸ ਏਰੀਆ ਵੱਡਾ ਹੋਊਗਾ ਤਾਂ ਕੀ ਹੋਊਗਾ, ਇਵੈਪੋਰੇਸ਼ਨ ਦਾ ਰੇਟ ਕੀ ਹੈ, ਜ਼ਿਆਦਾ ਹੋਊਗਾ, ਠੀਕ ਹੈ। ਨੈਕਸਟ ਕੀ ਹੈ, ਵਿਦ ਇਨਕਰੀਜ਼ ਆਫ ਟੈਂਪਰੇਚਰ ਮੋਰ ਨੰਬਰ ਆਫ ਪਾਰਟੀਕਲਸ ਗੈਟ ਇਨਫ ਕਾਈਨੈਟਿਕ ਐਨਰਜੀ ਟੂ ਗੋ ਇਨਟੂ ਵੇਪਰ ਸਟੇਟ। ਜੇ ਜ਼ਿਆਦਾ ਟੈਂਪਰੇਚਰ ਹੋਊਗਾ ਤਾਂ ਜ਼ਿਆਦਾ ਪਾਰਟੀਕਲਸ ਦੀ ਕਾਈਨੈਟਿਕ ਐਨਰਜੀ ਵਧੀਆ ਮਿਲੂਗੀ ਉਹਨਾਂ ਨੂੰ ਅਤੇ ਵੇਪਰ ਸਟੇਟ ਦੇ ਵਿੱਚ ਕਨਵਰਟ ਹੋ ਜਾਣਗੇ। ਥਰਡ ਫੈਕਟਰ ਕੀ ਹੈ, ਹਿਊਮਿਡਿਟੀ ਇਸ ਅਮਾਊਂਟ ਆਫ ਵਾਟਰ ਵੇਪਰ ਪ੍ਰੈਜੈਂਟ ਇਨ ਏਅਰ। ਹਿਊਮਿਡਿਟੀ ਦਾ ਮਤਲਬ ਕੀ ਹੁੰਦਾ ਕਿ ਨਮੀ ਕਿੰਨੀ ਪ੍ਰੈਜੈਂਟ ਏਅਰ ਦੇ ਵਿੱਚ, ਵੇਪਰ ਕਿੰਨੇ ਪ੍ਰੈਜੈਂਟ ਨੇ ਏਅਰ ਦੇ ਵਿੱਚ। ਏਅਰ ਅਰਾਊਂਡ ਅਸ ਕੈਨੋਟ ਹੋਲਡ ਦੀ ਮੋਰ ਦੈਨ ਡੈਫੀਨੇਟ ਅਮਾਊਂਟ ਆਫ ਵਾਟਰ ਵੇਪਰ ਐਟ ਗਿਵਨ ਟੈਂਪਰੇਚਰ। ਇਹ ਇੱਕ ਟਾਈਮ 'ਤੇ ਇੱਕ ਡੈਫੀਨੇਟ ਜੇ ਵਾਟਰ ਵੇਪਰ ਹੀ ਹੋਲਡ ਕਰ ਸਕਦੀ ਹੈ ਗਿਵਨ ਟੈਂਪਰੇਚਰ ਦੇ ਵਿੱਚ ਏਅਰ, ਠੀਕ ਹੈ। ਜੇ ਇਫ ਦੀ ਅਮਾਊਂਟ ਆਫ ਵਾਟਰ ਇਨ ਏਅਰ ਇਜ਼ ਆਲਰੇਡੀ ਹਾਈ, ਜੇ ਆਲਰੇਡੀ ਹਾਈ ਹੋਊਗੀ ਨਮੀ ਏਅਰ ਦੇ ਵਿੱਚ ਤਾਂ ਰੇਟ ਆਫ ਇਵੈਪੋਰੇਸ਼ਨ ਕੀ ਹੈ, ਡਿਕਰੀਜ਼ ਹੋ ਜਾਊਗਾ, ਠੀਕ ਹੈ। ਹਿਊਮਿਡਿਟੀ ਮਤਲਬ ਇੱਦਾਂ ਇਫੈਕਟ ਕਰਦੀ ਹੈ, ਜੇ ਹਿਊਮਿਡਿਟੀ ਜ਼ਿਆਦਾ ਹੋਊਗੀ ਏਅਰ ਦੇ ਵਿੱਚ ਤਾਂ ਇਵੈਪੋਰੇਸ਼ਨ ਕੀ ਹੋਊਗੀ, ਡਿਕਰੀਜ਼ ਹੋਊਗੀ, ਠੀਕ ਹੈ। ਹਿਊਮਿਡਿਟੀ ਜ਼ਿਆਦਾ ਹੋਊਗੀ ਤਾਂ ਇਵੈਪੋਰੇਸ਼ਨ ਡਿਕਰੀਜ਼ ਹੋਊਗੀ। ਸਰਫੇਸ ਏਰੀਆ ਜ਼ਿਆਦਾ ਹੋਊਗਾ ਤਾਂ ਇਵੈਪੋਰੇਸ਼ਨ ਇਨਕਰੀਜ਼ ਹੋਊਗੀ। ਟੈਂਪਰੇਚਰ ਜ਼ਿਆਦਾ ਹੋਊਗਾ ਤਾਂ ਕਿਨੈਟਿਕ ਐਨਰਜੀ ਜ਼ਿਆਦਾ ਹੋਊਗੀ ਅਤੇ ਇਵੈਪੋਰੇਸ਼ਨ ਵੀ ਜ਼ਿਆਦਾ ਹੋਊਗੀ, ਠੀਕ ਹੈ। ਹਾਂਜੀ ਅੱਗੇ ਕੀ ਹੈ, ਵਿੰਡ ਸਪੀਡ। ਵਿੰਡ ਸਪੀਡ, ਹਾਇਰ ਦੀ ਵਿੰਡ ਸਪੀਡ, ਜਿੰਨੀ ਜ਼ਿਆਦਾ ਹਵਾ ਚੱਲਦੀ ਹੋਊਗੀ ਉਨਾ ਜ਼ਿਆਦਾ ਕੀ ਹੋਊਗੀ, ਇਵੈਪੋਰੇਸ਼ਨ ਹੋਊਗੀ, ਠੀਕ ਹੈ। ਨੈਕਸਟ, ਇਵੈਪੋਰੇਸ਼ਨ ਕੋਜ਼ ਕੂਲਿੰਗ। ਇਵੈਪੋਰੇਸ਼ਨ ਕਹਿੰਦੇ ਕੂਲਿੰਗ ਕੋਜ਼ ਕਰਦਾ। ਕੂਲਿੰਗ ਕਿਵੇਂ ਕੋਜ਼ ਕਰ ਦਿੰਦਾ, ਜਿਵੇਂ ਆਪਾਂ ਨੂੰ ਸਵੈਟ ਆਉਂਦਾ, ਮਤਲਬ ਪਸੀਨਾ ਆਉਂਦਾ, ਠੀਕ ਹੈ। ਪਸੀਨਾ ਆਉਣ ਤੋਂ ਬਾਅਦ ਆਪਾਂ ਨੂੰ ਪੱਖੇ ਥੱਲੇ ਜਾਂਦੇ, ਕੂਲਿੰਗ ਜੀ ਨਹੀਂ ਮਹਿਸੂਸ ਹੁੰਦੀ, ਠੀਕ ਹੈ। ਇਵੈਪੋਰੇਸ਼ਨ ਹੀ ਹੋਈ ਹੁੰਦੀ ਆ ਆਪਣੇ ਅੰਦਰਲੇ, ਠੀਕ ਹੈ, ਸਾਲਟ ਦੀ ਜਾਂ ਠੀਕ ਹੈ, ਜਿਹੜਾ ਹੁੰਦਾ ਆਪਣੀ ਬੋਡੀ ਦੇ ਵਿੱਚ ਉਹਦੀ ਇਵੈਪੋਰੇਸ਼ਨ ਹੁੰਦੀ ਆ, ਬਾਹਰ ਡਰੋਪਸ ਜੇ ਆ ਜਾਂਦੇ ਨੇ ਵੇਪਰਸ ਦੇ ਵਾਂਗੂ, ਠੀਕ ਹੈ। ਇਸ ਤੋਂ ਬਾਅਦ ਕੀ ਹੈ, ਕੂਲਿੰਗ ਹੁੰਦੀ ਹੈ। ਉਹ ਕਿਉਂ ਹੁੰਦੀ ਹੈ, ਪਾਰਟੀਕਲਸ ਆਫ ਲਿਕੁਇਡ ਓਬਜ਼ਰਵ ਐਨਰਜੀ ਫਰੋਮ ਦੀ ਸਰਾਊਂਡਿੰਗ ਟੂ ਰੀਗੇਨ ਦੀ ਐਨਰਜੀ ਲੋਸਟ ਡਿਊਰਿੰਗ ਇਵੈਪੋਰੇਸ਼ਨ। ਜਿਹੜੇ ਪਾਰਟੀਕਲਸ ਹੁੰਦੇ ਲਿਕੁਇਡ ਦੇ ਉਹ ਐਨਰਜੀ ਓਬਜ਼ਰਵ ਕਰ ਲੈਂਦੇ ਨੇ, ਮਤਲਬ ਆਪਣੀ ਐਨਰਜੀ, ਆਪਣੀ ਬੋਡੀ ਦੀ ਐਨਰਜੀ ਓਬਜ਼ਰਵ ਕਰ ਲੈਂਦੇ ਨੇ ਉਹ ਲਿਕੁਇਡ ਦੇ ਪਾਰਟੀਕਲਸ, ਆਪਦੀ ਉਹ ਐਨਰਜੀ ਪੂਰੀ ਕਰਨ ਲਈ ਜਿਹੜੀ ਉਹਨਾਂ ਦੀ ਇਵੈਪੋਰੇਸ਼ਨ ਦੇ ਥਰੂ ਲੋਸਟ ਹੋ ਜਾਂਦੀ ਹੈ।
ਜਦੋਂ ਆਪਣੀ એનર્ਜੀ ਕੱਢ ਲਈ ਮਤਲਬ ਆਪਣੀ ਹੀਟ ਕੱਢ ਲਈ ਤਾਂ ਆਪਾਂ ਨੂੰ ਆਟੋਮੈਟਿਕਲੀ ਕੀ ਹੈ ਕੂਲਿੰਗ ਮਹਿਸੂਸ ਹੋਊਗੀ। ਠੀਕ ਹੈ, ਇਹਦੇ 2 ਕੁਐਸਚਨ ਤੁਹਾਨੂੰ ਮੈਂ ਫੋਟੋ ਭੇਜੂੰਗੀ, ਯੂ ਵਿਲ ਰੀਡ ਦੈਟ ਦੈਨ you will definitely understand it or you will read it from NCERT. okay, next is evaporation versus boiling। मतलब evaporation ਤੇ boiling ਦੇ ਵਿੱਚ ਕੀ difference ਹੈ। first is boiling ਕੀ ਹੈ ਬਲਕ ਫਿਨੋਮੀਨਾ, ਮਤਲਬ ਇਹ ਪੂਰੇ ਜੇ ਲਿਕੁਇਡ ਹੈ ਤਾਂ ਇਹ ਪੂਰੇ ਹੋਲ ਦੇ ਵਿੱਚ ਹੀ ਇਹ ਪ੍ਰੋਸੈਸ ਸਾਰੇ ਪਾਰਟੀਕਲਸ ਦੇ ਵਿੱਚ ਹੁੰਦਾ ਹੈ। ਬਟ ਇਵੈਪੋਰੇਸ਼ਨ ਕੀ ਹੁੰਦਾ ਉੱਪਰ ਵਾਲੇ ਪਾਰਟੀਕਲਸ ਦੇ ਵਿੱਚ ਹੁੰਦੇ ਜਿਹੜੇ ਉੱਪਰ ਹੁੰਦੇ ਆ। ਠੀਕ ਹੈ, ਆ ਦੇਖੋ ਅੱਗੇ ਲਿਖਿਆ ਪਾਰਟੀਕਲਸ ਇਨ ਬਲਕ ਹੋਲ ਆਫ ਲਿਕੁਇਡ ਚੇਂਜ ਇਨਟੂ ਵੇਪਰ ਸਟੇਟ। ਉਹਦੇ ਵਿੱਚ ਕੀ ਹੁੰਦਾ ਸਾਰੇ ਪਾਰਟੀਕਲਸ ਕੀ ਹੈ ਲਿਕੁਇਡ ਸਟੇਟ ਆਫ ਲਿਕੁਇਡ ਦੇ ਕੀ ਹੈ ਵੇਪਰ ਸਟੇਟ ਦੇ ਵਿੱਚ ਚੇਂਜ ਹੁੰਦੇ ਨੇ ਬੋਇਲਿੰਗ ਦੇ ਵਿੱਚ। ਠੀਕ ਹੈ, ਵੈਪੋਰੇਸ਼ਨ ਸਰਫੇਸ ਫਿਨੋਮੀਨਾ, ਮੇਨ ਡਿਫਰੈਂਸ ਆਈ ਹੈ ਬਲਕ ਫਿਨੋਮੀਨਾ ਇਹ ਸਰਫੇਸ ਫਿਨੋਮੀਨਾ। ਬਲਕ ਮਤਲਬ ਸਾਰੇ ਪਾਰਟੀਕਲਸ ਦੇ ਵਿੱਚ ਹੁੰਦਾ ਹੈ, ਸਰਫੇਸ ਤੇ ਹੁੰਦਾ ਹੈ ਵੈਪੋਰੇਸ਼ਨ। ਇਹਦੇ ਵਿੱਚ ਕੀ ਲਿਖਿਆ ਪਾਰਟੀਕਲਸ ਫਰੋਮ ਦੀ ਸਰਫੇਸ ਗੇਨ ਇਨਫ ਐਨਰਜੀ ਟੂ ਓਵਰਕਮ ਫੋਰਸ ਆਫ ਅਟਰੈਕਸ਼ਨ, ਅਤੇ ਉਹ ਕੀ ਹੈ ਵੇਪਰ ਸਟੇਟ ਦੇ ਵਿੱਚ ਚੇਂਜ ਹੋ ਜਾਂਦੇ ਨੇ। ਠੀਕ ਹੈ, ਅੱਗੇ ਆ ਗਏ ਰਾਜੇ ਕੈਲਵਿਨ ਅਤੇ ਸੈਲਸੀਅਸ ਸਕੇਲ। ਇਹ ਤੁਹਾਨੂੰ ਦੱਸਿਆ ਸੀ ਨਾ ਮੈਂ ਯੂਨਿਟਸ ਹੁੰਦੀਆਂ ਨੇ 2 ਕੈਲਵਿਨ ਅਤੇ ਸੈਲਸੀਅਸ। ਇਹਦੇ ਬੇਸ 'ਤੇ ਤੁਹਾਨੂੰ ਇਨ ਟੈਕਸਟ ਕੁਐਸਚਨ ਦੇ ਵਿੱਚ ਨਿਊਮੈਰੀਕਲ ਵੀ ਹੋਣਗੇ ਕਿ ਕੈਲਵਿਨ ਨੂੰ ਸੈਲਸੀਅਸ ਚੇਂਜ ਕਰੋ ਜੇ ਸੈਲਸੀਅਸ ਨੂੰ ਕੈਲਵਿਨ ਦੇ ਵਿੱਚ ਚੇਂਜ ਕਰੋ। ਕੈਲਵਿਨ ਕੀ ਹੈ SI ਯੂਨਿਟ ਆਫ ਟੈਂਪਰੇਚਰ, ਇਹ ਕੁਐਸਚਨ ਵੀ ਆ ਸਕਦਾ ਹੈ। ਕੈਲਵਿਨ ਇਜ਼ SI ਯੂਨਿਟ ਆਫ ਟੈਂਪਰੇਚਰ। 0 ਡਿਗਰੀ ਸੈਲਸੀਅਸ ਦਾ ਮਤਲਬ ਕੀ ਹੈ 273.16 ਕੈਲਵਿਨ। ਠੀਕ ਹੈ, 0 ਡਿਗਰੀ ਇਹਨੂੰ ਅਪਰੋਕਸੀਮੇਟਲੀ ਲਿਖਿਆ ਹੋਇਆ ਨਾ ਆਨਸਰ, ਤਾਂ ਇਹਨੂੰ ਸਿੱਧਾ ਲਿਖ ਸਕਦੇ ਹਾਂ 0 ਡਿਗਰੀ ਸੈਲਸੀਅਸ ਕਿਹਦੇ ਇਕੁਅਲ ਹੈ 273 ਕੈਲਵਿਨ ਦੇ ਇਕੁਅਲ ਹੈ। ਠੀਕ ਹੈ, SI ਯੂਨਿਟ ਕੀ ਹੈ ਟੈਂਪਰੇਚਰ ਦੀ ਕੈਲਵਿਨ ਹੈ। ਜੇ ਆਪਾਂ ਨੇ ਸੈਲਸੀਅਸ ਨੂੰ ਕੈਲਵਿਨ ਦੇ ਵਿੱਚ ਚੇਂਜ ਕਰਨਾ ਹੋਵੇ ਤਾਂ ਆਹ ਫਾਰਮੂਲਾ ਯੂਜ਼ ਕਰਨਾ ਪਊਗਾ, ਜਸਟ ਕੈਲਵਿਨ ਨੂੰ ਸੈਲਸੀਅਸ ਚੇਂਜ ਕਰਨਾ ਪਊਗਾ। ਤਾਂ ਬਸ ਇੱਥੇ ਫਿਲਅਪ ਕਰ ਦਾਂਗੇ ਆਪਾਂ ਜਿਹੜੀ ਟਰਮ ਦਿੱਤੀ ਹੋਊਗੀ। ਨੈਕਸਟ ਕੁਐਸਚਨ ਦੇ ਵਿੱਚ ਆਪਾਂ ਇਹਨੂੰ ਡਿਸਕਸ ਕਰਾਂਗੇ। ਠੀਕ ਹੈ, ਕੈਲਵਿਨ ਸਕੇਲ ਆਫ ਟੈਂਪਰੇਚਰ ਹੈਜ਼ ਆਲਵੇਜ਼ ਪੋਜ਼ੀਟਿਵ ਸਾਈਨ। ਕੈਲਵਿਨ ਸਕੇਲ ਦੇ ਵਿੱਚ ਪੋਜ਼ੀਟਿਵ ਸਾਈਨ ਹੁੰਦੇ। ਠੀਕ ਹੈ, ਹੈਂਸ ਰਿਗਾਰਡਡ ਐਜ਼ ਬੈਟਰ ਸਕੇਲ ਫਰੋਮ ਸੈਲਸੀਅਸ। ਕੈਲਵਿਨ ਨੂੰ ਹਮੇਸ਼ਾ ਬੈਟਰ ਸਕੇਲ ਸਮਝਿਆ ਜਾਂਦਾ ਸੈਲਸੀਅਸ ਨਾਲੋਂ। ਐਟਮੋਸਫੇਅਰ ਇਜ਼ ਦੀ ਯੂਨਿਟ ਆਫ ਮੇਜਰਿੰਗ ਦੀ ਪ੍ਰੈਸ਼ਰ ਬਾਈ ਗੈਸ। ਅੱਗੇ ਇਹਨਾਂ ਨੇ ਪ੍ਰੈਸ਼ਰ ਦੀ ਵੀ SI ਯੂਨਿਟ ਦੱਸਤੀ, ਉਹ ਕੀ ਹੁੰਦੀ ਹੈ ਪਾਸਕਲ। ਟੈਂਪਰੇਚਰ ਦੀ ਕਿਹੜੀ ਹੈ SI ਯੂਨਿਟ ਕੈਲਵਿਨ, ਪ੍ਰੈਸ਼ਰ ਦੀ ਪਾਸਕਲ। ਠੀਕ ਹੈ, ਨੈਕਸਟ ਜੇ ਇਹ ਟਰਮ ਰੀਡ ਕਰਨ ਦੀ ਕੋਈ ਇੰਨੀ ਜ਼ਰੂਰਤ ਨਹੀਂ, ਨਾਰਮਲ ਐਟਮੋਸਫੇਅਰ ਪ੍ਰੈਸ਼ਰ ਦੈਟ ਇਜ਼ ਨੋਟ ਇਨ ਯੋਰ ਸਿਲੇਬਸ। ਓਕੇ, ਇਹ ਸੀ ਆਪਣਾ ਚੈਪਟਰ ਮੈਟਰ ਇਨ ਅਵਰ ਸਰਾਊਂਡਿੰਗ। ਅਤੇ ਹੁਣ ਆਪਾਂ ਤੁਸੀਂ ਨਿਊਮੈਰੀਕਲ ਜ਼ਰੂਰ ਕਰਕੇ ਦੇਖਣੇ ਨੇ ਟੈਕਸਟ ਕੁਐਸਚਨ ਦੇ ਵਿੱਚ ਅੱਜ ਦੇਖਣੇ। ਠੀਕ ਹੈ, ਜੇ ਕਿਸੇ ਨੂੰ ਕੋਈ ਪ੍ਰੋਬਲਮ ਹੋਗੀ ਦੈਨ ਹੀ ਔਰ ਸ਼ੀ ਵਿਲ ਕੰਟੈਕਟ ਮੀ ਪਰਸਨਲੀ। ਠੀਕ ਹੈ, ਜੇ ਨਾ ਸਮਝ ਆਏ ਤਾਂ ਆਪਣੀ ਨੈਕਸਟ ਵੀਡੀਓ ਵਿੱਚ ਡਿਸਕਸ ਕਰਾਂਗੇ। ਇਨ ਨੈਕਸਟ ਵੀਡੀਓ we will do in text questions, okay, or I will send you PDF, you will write it on notebooks, okay.